ਜਿਹੜਾ ਰਾਖੀਗਿਰੀ ਆ ਇਹ ਅੱਜ ਦੇ ਭਾਰਤੀ ਵੈਸੇ ਦੇਖੋ ਸਿਰਫ ਪੰਜਾਬ ਦੇ ਹੀ ਦੋ ਹਿੱਸੇ ਆ, ਬਾਕੀ ਮੈਨੂੰ ਲੱਗਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਬਾਕੀ ਜਿਹੜੇ ਰਾਜ ਨੇ ਉਹ ਭਾਰਤ ਵਿੱਚ ਹੀ ਨੇ। ਰਾਖੀਗਿਰੀ ਹਰਿਆਣਾ ਵਿੱਚ ਪੈਂਦਾ ਹੈ ਜੋ ਕਿ ਸਾਡੇ ਭਾਰਤ ਵਿੱਚ ਸਥਿਤ ਹੈ ਤੇ ਹਿਸਾਰ ਜ਼ਿਲ੍ਹੇ ਵਿੱਚ ਲੱਗਦਾ ਹੈ। ਹੁਣ ਆਲਮਗੀਰਪੁਰ ਇਹ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ ਜੋ ਕਿ ਸਾਡੇ ਭਾਰਤ ਵਿੱਚ ਮੌਜੂਦ ਹੈ ਤੇ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਪੈਂਦਾ ਹੈ ਆਲਮਗੀਰਪੁਰ। ਚਾਨੋਦਾਰੋ ਸਿੰਧ ਵਿੱਚ ਪੈਂਦਾ ਹੈ। ਸਿੰਧ ਹੁਣ ਆਪਾਂ ਨੂੰ ਹਲੇ ਤੱਕ ਯਾਦ ਹੋ ਗਿਆ ਹੋਣਾ, ਪਾਕਿਸਤਾਨ ਵਿੱਚ ਪੈਂਦਾ ਹੈ ਨਵਾਬ ਸ਼ਾਹ ਜ਼ਿਲ੍ਹੇ ਵਿੱਚ। ਹੁਣ ਆ ਦੇਖੋ ਸੁਟਕਗੰਦੋਰ ਬਲੂਚਿਸਤਾਨ ਪਾਕਿਸਤਾਨ ਵਿੱਚ ਪੈਂਦਾ ਹੈ ਗਵਾਦਰ ਡਿਸਟ੍ਰਿਕਟ ਵਿੱਚ। ਕਾਲੀਬੰਗਾ ਰਾਜਸਥਾਨ ਵਿੱਚ ਪੈਂਦਾ ਹੈ। ਕਾਲੀਬੰਗਾ ਰਾਜਸਥਾਨ ਵਿੱਚ ਪੈਂਦਾ ਹੈ। ਇਹ ਵੀ ਇੱਕ ਬਹੁਤ ਮਹੱਤਵਪੂਰਨ ਸਾਈਟ ਹੈ ਜਿਹੜੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ, ਠੀਕ ਹੈ, ਜੋ ਕਿ ਅੱਜ ਦੇ ਭਾਰਤ ਵਿੱਚ ਪੈਂਦਾ ਹੈ ਤੇ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਦੇਖੋ ਬੱਚੇ ਮੈਂ ਰੰਗ ਵੀ ਚੇਂਜ ਕੀਤਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਸਾਈਟ ਹੈ। ਬਨਾਵਲੀ ਹਰਿਆਣੇ ਵਿੱਚ ਪੈਂਦਾ ਹੈ ਜੋ ਕਿ ਅੱਜ ਦੇ ਭਾਰਤ ਵਿੱਚ ਫਤਿਆਬਾਦ ਡਿਸਟ੍ਰਿਕਟ ਵਿੱਚ ਮੌਜੂਦ ਹੈ। ਹੁਣ ਦੇਖੋ ਕਹਿੰਦੇ ਸ਼ਹਿਰੀ ਯੋਜਨਾ, ਕਹਿੰਦੇ ਗ੍ਰਿਡ ਪੈਟਰਨ ਵਾਲੀਆਂ ਗਲੀਆਂ। ਹੁਣ ਗ੍ਰਿਡ ਬੇਟਾ ਇਹਨੂੰ ਕਹਿੰਦੇ ਜਿਵੇਂ ਆਪਣੇ ਉਰੇ ਗਲੀਆਂ ਬਣੀਆਂ ਹੁੰਦੀਆਂ ਨੇ ਨਾ, ਐ ਲੰਘਦੀਆਂ ਨੇ, ਫਿਰ ਐ ਦੇਖੋ ਚੌਂਕ ਬਣਿਆ ਹੁੰਦਾ, ਆਹ ਚੌਂਕ ਹੋ ਗਿਆ, ਫਿਰ ਇਹ ਤੋਂ ਵੀ ਐ ਗਲੀਆਂ ਪੈਂਦੀਆਂ ਨੇ, ਐ ਪੈਂਦੀਆਂ ਨੇ, ਇਹਨੂੰ ਆਪਾਂ ਗ੍ਰਿਡ ਪੈਟਰਨ ਕਹਿੰਦੇ ਆ। ਤਾਂ ਦੇਖੋ ਕਹਿੰਦੇ ਉਹਨਾਂ ਨੇ ਉਸ ਟਾਈਮ 'ਚ ਐ ਰਾਹ ਤੇ ਘਰ ਮੁਹੱਲੇ ਬਣਾਏ ਹੋਏ ਸੀ। ਇਹਦਾ ਮਤਲਬ ਵੀ ਉਹ ਬਹੁਤ ਤਰੱਕੀ ਵਾਲੇ ਤੇ ਸੂਝਵਾਨ ਲੋਕ ਸੀ। ਕਹਿੰਦੇ ਪੱਕੀ ਇੱਟਾਂ ਦੇ ਘਰ ਬਣਾਏ ਹੋਏ ਸੀ ਉਹਨਾਂ ਨੇ ਉਸ ਟਾਈਮ ਤੇ ਪੱਕੀ ਇੱਟਾਂ ਦੇ, ਤੇ ਉਹਨਾਂ ਦੀ ਇੱਟਾਂ ਦਾ ਸਾਈਜ਼ ਕੀ ਸੀ 4:2:1। ਜੇ ਤੁਹਾਨੂੰ ਪ੍ਰਸ਼ਨ ਆ ਜੇ ਵੀ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਕਿਹੜੇ ਸਾਈਜ਼ ਦੀ ਇੱਟ ਵਰਤਦੇ ਸਨ ਤਾਂ ਤੁਸੀਂ ਆਹ ਲਿਖਣਾ 4:2:1 ਰੇਸ਼ੋ ਦੀ ਇੱਟ ਵਰਤਦੇ ਸੀ ਉਹ। ਕਹਿੰਦੇ ਕੋਈ ਮਹਿਲ ਜਾਂ ਮਕਬਰੇ ਨਹੀਂ ਸੀ ਬਣਾਉਂਦੇ, ਸਮਾਨਤਾ ਸੀਗੀ ਸਭ 'ਚ, ਵੀ ਉਹ ਲੋਕਾਂ 'ਚ ਕੋਈ ਰਾਜੇ ਵਗੈਰਾ ਵਾਲਾ ਮਾਹੌਲ ਨਹੀਂ ਸੀਗਾ, ਸਾਰੇ ਇੱਕ ਸਮਾਨ ਸੀਗੇ, ਇੱਕੋ ਜਿਹੇ ਘਰ ਸੀਗੇ, ਸਮਾਨਤਾ ਨਾਲ ਰਹਿੰਦੇ ਸੀ। ਮਹਾਨ ਇਸ਼ਨਾਨ ਮੈਂ ਦੱਸਿਆ ਮੋਹਨਜੋਦਾੜੋ ਵਿੱਚ ਮਿਲਿਆ। ਕਹਿੰਦੇ ਉੱਥੇ ਉਹ ਆਪਣੇ ਰਸਮੀ ਇਸ਼ਨਾਨ ਕਰਦੇ ਸੀ ਤੇ ਸਟੋਰੇਜ ਲਈ ਅਨਾਜ ਭੰਡਾਰ, ਮਤਲਬ ਉਸ ਟਾਈਮ ਤੇ ਉਹਨਾਂ ਨੇ ਦਾਣੇ ਸਾਂਭਣ ਨੂੰ, ਜਿਹੜੇ ਅੱਜ ਦੇ ਟਾਈਮ 'ਚ ਆਪਾਂ ਕਹਿੰਦੇ ਨਹੀਂ ਕਣਕ ਰੱਖੀ ਹੁੰਦੀ ਹੈ ਜਿਹੜੇ ਡਰਮਾਂ 'ਚ, ਵੀ ਉਹਨਾਂ ਨੇ ਉਸ ਟਾਈਮ ਤੇ ਉਹ ਵਾਲੇ ਅਨਾਜ ਭੰਡਾਰ ਬਣਾਏ ਹੋਏ ਸੀ। ਹੁਣ ਆ ਦੇਖੋ ਕਹਿੰਦੇ ਡਰੇਨੇਜ ਢਕੀਆਂ ਨਾਲੀਆਂ। ਅੱਜ ਦੇ ਭਾਰਤ 'ਚ ਵੀ ਅਸੀਂ ਬਹੁਤ ਥਾਵਾਂ ਤੇ ਦੇਖ ਲਈਏ ਤਾਂ ਨਾਲੀਆਂ ਇਹੋ ਜਿਹੀਆਂ ਹੁੰਦੀਆਂ ਨੇ, ਖੁੱਲੀਆਂ ਹੁੰਦੀਆਂ ਨੇ, ਸਮੈਲ ਆ ਰਹੀ ਹੁੰਦੀ ਹੈ ਗੰਦੀ, ਪਰ ਕਹਿੰਦੇ ਉਹਨਾਂ ਨੇ ਉਸ ਟਾਈਮ ਢਕੀਆਂ ਹੋਈਆਂ ਨਾਲੀਆਂ ਦੇ, ਸੋਕ ਪਿੱਟ ਦੇ, ਦੁਨੀਆ ਦੀ ਪਹਿਲੀ ਸੈਨੀਟੇਸ਼ਨ, ਇਹ ਸਾਰੀ ਚੀਜ਼ਾਂ ਦੇ ਉਹਨਾਂ ਨੇ ਉਸ ਟਾਈਮ ਤੇ ਆਵਿਸ਼ਕਾਰ ਕਰ ਲਏ ਸੀਗੇ ਵੀ ਨਾਲੀਆਂ ਢਕੀਆਂ ਹੋਣ, ਸੀਵਰੇਜ ਵਗੈਰਾ, ਤੇ ਬਹੁਤ ਜ਼ਿਆਦਾ ਦੁਨੀਆ ਦੀ ਪਹਿਲੀ ਉਹਨਾਂ ਨੇ ਸੈਨੀਟੇਸ਼ਨ ਬਣਾ ਲਈ ਸੀ। ਪੰਜਾਬ ਦੀਆਂ ਥਾਵਾਂ ਤੇ ਇੱਟਾਂ ਦਾ ਕੰਮ ਇਸੇ ਤਰ੍ਹਾਂ ਦਿਖਾਈ ਦਿੰਦਾ ਹੈ। ਕਹਿੰਦੇ ਪੰਜਾਬ ਦੀ ਥਾਂ ਤੇ ਅੱਜ ਵੀ ਇੱਟਾਂ ਦਾ ਕੰਮ ਇਸੇ ਤਰ੍ਹਾਂ ਦਿਖਾਈ ਦਿੰਦਾ ਹੈ। ਹੁਣ ਤੁਸੀਂ ਮੈਨੂੰ ਦੁਬਾਰਾ ਦੱਸੋ ਉਹਨਾਂ ਦੀ ਇੱਟਾਂ ਦਾ ਸਾਈਜ਼ ਕੀ ਸੀ। ਤੇ ਨਾਲ ਹੀ ਨਾਲ ਮੈਨੂੰ ਕਮੈਂਟਾਂ 'ਚ ਦੱਸੋ ਵੀ ਰਾਜਸਥਾਨ ਵਿੱਚ ਕਿਹੜੀ ਸਾਈਟ ਲੱਗਦੀ ਹੈ। ਦੇਖੋ ਕਿੰਨੇ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਆ। ਇਹ ਜਿਹੜੀ ਸਿੰਧੂ ਘਾਟੀ ਸੱਭਿਅਤਾ ਹੋਈ ਹੈ ਇਹ ਲਗਭਗ 4000 ਸਾਲ ਪਹਿਲਾਂ ਹੋਈ ਹੈ। 4000 ਸਾਲ ਪਹਿਲਾਂ ਮਤਲਬ ਕਿੰਨੇ ਜ਼ਿਆਦਾ ਸਾਲ, ਠੀਕ ਹੈ, ਇੰਨੇ ਸਾਲ ਪਹਿਲਾਂ ਹੋਈ ਹੈ। ਤੇ ਉਸ ਟਾਈਮ ਤੇ ਇਹਨਾਂ ਨੇ ਵਪਾਰ ਯਾਨੀ ਕਿ ਬਿਜ਼ਨਸ ਸ਼ੁਰੂ ਕਰ ਲਿਆ ਸੀ। ਕਿਹੜੇ ਦੇਸ਼ ਨਾਲ ਸ਼ੁਰੂ ਕੀਤਾ ਸੀ? ਮੀਸੋਪੋਟਾਮੀਆ ਨਾਲ। ਤੇ ਕੀ ਕਰਦੇ ਸੀ? ਮੋਹਰਾਂ ਨਾਲ ਲੈਣ ਦੇਣ ਕਰਦੇ ਸੀ। 4000 ਸਾਲ ਪਹਿਲਾਂ ਵਾਲੀ ਸਿੰਧੂ ਘਾਟੀ ਸੱਭਿਅਤਾ ਨੇ ਵਪਾਰ ਯਾਨੀ ਕਿ ਬਿਜ਼ਨਸ ਸ਼ੁਰੂ ਕਰ ਲਿਆ ਸੀ। ਕਿਹੜੇ ਦੇਸ਼ ਨਾਲ ਕਰਦੇ ਸੀ? ਮੀਸੋਪੋਟਾਮੀਆ ਨਾਲ। ਤੇ ਇਹਨਾਂ ਕੋਲ ਕੀ ਸੀ? ਲੈਣ ਦੇਣ ਪੈਸਿਆਂ ਦੀ ਥਾਂ ਤੇ ਮੋਹਰਾਂ ਨਾਲ ਕਰਦੇ ਸੀ। ਮੀਸੋਪੋਟਾਮੀਆ ਕਿੱਥੇ ਪੈਂਦਾ ਹੈ ਬੇਟਾ? ਈਰਾਨ ਵਿੱਚ। ਕਹਿੰਦੇ ਦੇਖੋ ਧਰਮ ਇਹਨਾਂ ਦਾ ਕੀ ਸੀ? ਇਹ ਦੇਵੀ ਮਾਂ ਨੂੰ, ਪਸ਼ੂਪਤੀ ਪ੍ਰੋਟੋ ਸ਼ਿਵ ਜੀ ਨੂੰ ਕਹਿ ਦਿੰਦੇ ਆ, ਉਹਨਾਂ ਨੂੰ ਮੰਨਦੇ ਸੀਗੇ। ਜਿਵੇਂ ਅਜੋਕੇ ਭਾਰਤ 'ਚ ਵੀ ਬਹੁਤ ਲੋਕ ਰੁੱਖਾਂ ਦੀ, ਜਾਨਵਰਾਂ ਦੀ ਪੂਜਾ ਕਰਦੇ ਆ, ਇਹ ਵੀ ਕਰਦੇ ਸੀਗੇ। ਅੱਗ ਦੀ ਵੇਦੀ ਕਹਿੰਦੇ ਹਵਨ ਬਾਲਦੇ ਸੀਗੇ, ਅੱਜ ਵੀ ਬਾਲਦੇ ਨੇ। ਫਿਰ ਕੁਝ ਚੀਜ਼ਾਂ ਅੱਜ ਵੀ ਭਾਰਤ 'ਚ ਇਹਨਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਮੌਜੂਦ ਹਨ। ਕਹਿੰਦੇ ਇਹਨਾਂ ਦੇ ਮੋਹਰਾਂ ਤੇ 400 ਤੋਂ ਵੱਧ ਨਿਸ਼ਾਨ ਸੀਗੇ, ਪਰ ਕਿਉਂਕਿ ਉਸ ਟਾਈਮ ਤੇ ਇਹਨਾਂ ਨੂੰ ਕੋਈ ਚੰਗੇ ਤਰੀਕੇ ਨਾਲ ਲਿਪੀ ਯਾਨੀ ਕਿ ਕੋਈ ਐਲਫਾਬੈਟਸ ਜਾਂ
ਕੋਈ ਲੈਂਗੁਏਜ ਚੰਗੀ ਤਰ੍ਹਾਂ ਇਹਨਾਂ ਨੂੰ ਲਿਖਣੀ ਨਹੀਂ ਸੀ ਆਉਂਦੀ, ਇਸ ਕਰਕੇ ਇਹਨਾਂ ਦੇ ਜਿਹੜੇ ਲਿਖਤੀ ਚੀਜ਼ਾਂ ਸੀ ਉਹ ਪੜ੍ਹਨ 'ਚ ਅਸੀਂ ਨਾਕਾਮਯਾਬ ਹੋ ਗਏ। ਮੋਹਰਾਂ ਤੇ ਉਹ 400 ਤੋਂ ਵੱਧ ਨਿਸ਼ਾਨ ਨੇ, ਬਟ ਸਾਨੂੰ ਉਹਨਾਂ ਦਾ ਮਤਲਬ ਨਹੀਂ ਪਤਾ ਲੱਗਿਆ। ਲੋਕ ਖੇਤੀਬਾੜੀ ਕਿੰਨਾ ਫਸਲਾਂ ਦੀ ਕਰਦੇ ਸੀ, ਤਾਂ ਕਣਕ, ਜੌਂ, ਕਪਾਹ, ਚਾਵਲ ਤੇ ਸਰੋਂ। ਹੁਣ ਸ਼ਿਲਪਕਾਰੀ ਮਤਲਬ ਹੈਂਡੀਕ੍ਰਾਫਟ ਕੀ ਕਰਦੇ ਸੀਗੇ। ਸ਼ਿਲਪਕਾਰੀ ਕਹਿੰਦੇ ਮਿੱਟੀ ਦੇ ਭਾਂਡੇ ਬਣਾਉਂਦੇ ਸੀਗੇ, ਜਿਨ੍ਹਾਂ ਨੂੰ ਆਪਾਂ ਘੁਮਿਆਰ ਕਹਿ ਦਿੰਦੇ ਆ, ਕਾਲੀ ਮਿੱਟੀ ਦੇ ਤੇ ਲਾਲ ਮਿੱਟੀ ਦੇ, ਤੇ ਕਾਂਸੇ ਦੇ ਸੰਦ, ਬ੍ਰੌਂਜ਼ ਦੇ ਸੰਦ। ਬੱਚੇ ਉਸ ਟਾਈਮ ਤੇ ਨਾ ਉਹਨਾਂ ਨੇ ਲੋਹਾ ਡਿਸਕਵਰ ਕੀਤਾ ਨਹੀਂ ਸੀਗਾ, ਇਸ ਕਰਕੇ ਉਹ ਕਾਂਸੇ, ਜਿਹਨੂੰ ਬ੍ਰੌਂਜ਼ ਕਹਿੰਦੇ ਆ, ਉਹਦੀਆਂ ਹੀ ਚੀਜ਼ਾਂ ਬਣਾਉਂਦੇ ਸੀ, ਖਿਡੌਣੇ ਬਣਾਉਂਦੇ ਸੀਗੇ, ਵੈਪਨ ਬਣਾਉਂਦੇ ਸੀਗੇ, ਤੇ ਕਹਿੰਦੇ ਲੋਹਾ ਉਸ ਟਾਈਮ ਤੇ ਉਹਨਾਂ ਨੇ ਡਿਸਕਵਰ ਨਹੀਂ ਸੀ ਕੀਤਾ। ਇਸੇ ਕਰਕੇ ਅਸੀਂ ਇਹ ਯੁੱਗ ਨੂੰ ਕਾਂਸਾ ਯੁੱਗ ਵੀ ਕਹਿੰਦੇ ਆ। ਠੀਕ ਹੈ, ਕਹਿੰਦੇ ਕਾਂਸੀ ਯੁੱਗ ਦੀ ਸੱਭਿਅਤਾ ਦੇਖੋ, ਇਹ ਮੈਂ ਤੁਹਾਨੂੰ ਹੁਣੇ ਦੱਸਤਾ, ਵਰਤੇ ਗਏ ਤਾਂਬੇ ਦੇ ਸੰਦ। ਕਹਿੰਦੇ ਪਰ ਉਹਨਾਂ ਕੋਲ ਤਾਂਬੇ ਦੇ ਸੰਦ ਵੀ ਸੀਗੇ, ਇਹ ਯਾਦ ਰੱਖਿਓ। ਠੀਕ ਹੈ, ਕਾਂਸੇ ਦਾ ਸਮਾਨ ਵਰਤਦੇ ਸੀ, ਪਰ ਮਾੜੇ ਮੋਟੇ ਉਹਨਾਂ ਕੋਲ ਤਾਂਬੇ ਦੇ ਸੰਦ ਵੀ ਸੀਗੇ। ਇੱਟਾਂ ਦਾ ਅਨੁਪਾਤ ਮੈਂ ਤੁਹਾਨੂੰ ਪਿੱਛੇ 2 ਵਾਰ ਦੱਸਿਆ ਹੈ, 4:2:1 ਸੀ। ਪੱਕੀਆਂ ਇੱਟਾਂ ਨਾਲੋਂ ਆਪਦੇ ਘਰ ਬਣਾਉਂਦੇ ਸੀਗੇ। ਕਹਿੰਦੇ ਸਿੱਧੀਆਂ ਸੜਕਾਂ ਸੱਜੇ ਕੋਨੇ ਤੇ ਕੱਟਦੀਆਂ ਸਨ। ਕਹਿੰਦੇ ਉਹਨਾਂ ਦੀਆਂ ਸਾਰੀਆਂ ਸੜਕਾਂ ਸੱਜੇ ਕੋਨੇ ਤੇ ਕੱਟਦੀਆਂ ਸਨ। ਖੇਤੀਬਾੜੀ ਤੇ ਪਸ਼ੂ ਪਾਲਣ ਦਾ ਅਭਿਆਸ ਕੀਤਾ ਜਾਂਦਾ ਸੀ, ਮਤਲਬ ਉਸ ਟਾਈਮ ਤੇ ਉਹ ਸਾਰੇ ਹੀ ਲੋਕ ਖੇਤੀਬਾੜੀ ਕਰਦੇ ਹੋਣੇ ਤੇ ਪਸ਼ੂ ਪਾਲਣ ਕਰਦੇ ਹੋਣੇ। ਇੱਕ ਹੋਰ ਚੀਜ਼, ਜਿਹੜੇ ਇਹ ਸਿੰਧੂ ਘਾਟੀ ਯਾਨੀ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਸੀ ਨਾ, ਇਹ ਬਹੁਤ ਹੀ ਸਾਊ ਸੀਗੇ। ਠੀਕ ਹੈ, ਇਹ ਲੜਾਈ ਝਗੜੇ ਤੇ ਵਿਸ਼ਵਾਸ ਨਹੀਂ ਸੀ ਰੱਖਦੇ, ਬਸ ਆਪਣਾ ਜਿੰਦੇ ਸੀਗੇ। ਤੇ ਇਹਨਾਂ ਦਾ ਅੰਤ ਉਦੋਂ ਹੋਇਆ ਸੀ ਜਦ ਆਰੀਅਨ ਇੰਡੀਆ 'ਚ ਆਏ ਸੀਗੇ। ਬਹੁਤ ਲੋਕ ਕਹਿੰਦੇ ਆ ਵੀ ਕਿਉਂਕਿ ਇਹ ਸਾਊ ਸੀਗੇ, ਇਹਨਾਂ ਨੂੰ ਲੜਨਾ ਝਗੜਨਾ ਯੁੱਧ ਕਰਨਾ ਆਉਂਦਾ ਨਹੀਂ ਸੀ, ਇਸ ਕਰਕੇ ਆਰੀਅਨਾਂ ਨੇ ਆ ਕੇ ਇਹਨਾਂ ਨੂੰ ਮਾਰਤਾ। ਹੁਣ ਜੇ ਤੁਹਾਨੂੰ ਪ੍ਰਸ਼ਨ ਪੁੱਛ ਲਿਆ ਜਾਏ ਵੀ ਸਿੰਧੂ ਘਾਟੀ ਦੇ ਲੋਕ ਕਿਹੜੇ ਰੁੱਖ ਦੀ ਪੂਜਾ ਕਰਦੇ ਸੀ, ਤਾਂ ਪੀਪਲ ਨੂੰ ਉਹ ਪਵਿੱਤਰ ਮੰਨਦੇ ਸੀ। ਮੁੱਖ ਫਸਲਾਂ ਅਸੀਂ ਉੱਪਰ ਪਾੜੀ ਲਈਆਂ ਹਨ, ਕਣਕ, ਜੌਂ, ਚੌਲ, ਬਾਜਰਾ। ਕਹਿੰਦੇ ਇਹ ਕਿਹੜੇ ਫਲ ਉਸ ਟਾਈਮ ਤੇ ਇਹਨਾਂ 'ਚ ਪ੍ਰਚਲਿਤ ਸੀ, ਕੇਲਾ, ਅਨਾਰ, ਤਰਬੂਜ, ਨਿੰਬੂ ਉਸ ਟਾਈਮ ਤੇ ਪ੍ਰਚਲਿਤ ਫਲ ਸੀਗੇ। ਹੁਣ ਜਾਨਵਰ ਕਿਹੜੇ ਕਿਹੜੇ ਉਸ ਟਾਈਮ ਤੇ ਇਹ ਰੱਖਦੇ ਸੀਗੇ, ਕਹਿੰਦੇ ਬਲਦ, ਗਾਂ, ਕੁੱਤਾ, ਹਾਥੀ, ਮੋਰ, ਖਰਗੋਸ਼ ਆਦਿ ਉਸ ਟਾਈਮ ਤੇ ਪ੍ਰਚਲਿਤ ਜਾਨਵਰ ਸੀ, ਜਿਨ੍ਹਾਂ ਨੂੰ ਇਹ ਰੱਖਦੇ ਸੀਗੇ। ਜੇ ਤੁਹਾਨੂੰ ਪ੍ਰਸ਼ਨ ਆ ਜਾਏ ਕਿਹੜੇ ਜਾਨਵਰਾਂ ਦੇ ਪੰਜਿਆਂ ਦੇ ਨਿਸ਼ਾਨ ਮਿਲੇ ਸਿੰਧੂ ਘਾਟੀ ਸੱਭਿਅਤਾ ਵਿੱਚ, ਤਾਂ ਤੁਸੀਂ ਲਿਖਣਾ ਹੈ ਕੁੱਤਾ ਅਤੇ ਬਿੱਲੀ। ਇਹਨਾਂ ਦੇ ਪੰਜਿਆਂ ਦੇ ਨਿਸ਼ਾਨ ਮਿਲੇ ਨੇ ਸਾਨੂੰ ਸਿੰਧੂ ਘਾਟੀ ਸੱਭਿਅਤਾ ਵਿੱਚ, ਕੁੱਤਾ ਅਤੇ ਬਿੱਲੀ ਦੇ। ਕਹਿੰਦੇ 1947 ਤੋਂ ਬਾਅਦ, ਕਹਿੰਦੇ ਆਜ਼ਾਦੀ ਤੋਂ ਬਾਅਦ ਜਦ ਦੇਸ਼ ਦੀ ਵੰਡ ਵੀ ਹੋ ਗਈ ਸੀ, ਉਹ ਤੋਂ ਬਾਅਦ ਜਿਹੜੇ ਜ਼ਿਆਦਾਤਰ ਸਥਾਨ ਮਿਲੇ ਨੇ ਉਹ ਗੁਜਰਾਤ ਵਿੱਚ ਮਿਲੇ ਨੇ। ਮੋਹਨਜੋਦਾੜੋ ਦਾ ਕੋਈ ਜੇ ਅਰਥ ਪੁੱਛ ਲੈ ਤਾਂ ਕੀ ਹੈ, ਮੋਹਨਜੋਦਾੜੋ ਦਾ ਅਰਥ ਹੈ ਮੁਲਦਿਆਂ ਦਾ ਟੀਲਾ। ਤੋਂ ਇਸ ਦੇ ਨਾਲ ਹੀ ਸਿੰਧੂ ਘਾਟੀ ਸੱਭਿਆਚਾਰ ਦਾ ਅੰਤ ਹੁੰਦਾ ਹੈ। ਸਿੰਧੂ ਘਾਟੀ ਸੱਭਿਆਚਾਰ ਦਾ ਅੰਤ 1900 ਈਸਾ ਪੂਰਵ ਦੇ ਆਸ-ਪਾਸ ਹੁੰਦਾ ਹੈ। ਕਈ ਲੋਕ ਇਹਨੂੰ ਕਹਿੰਦੇ ਜਲਵਾਯੂ ਵਿੱਚ ਬਦਲਾਅ ਹੋ ਗਿਆ ਸੀ। ਕਈ ਲੋਕ ਮੰਨ ਲਓ ਜੇ ਤੁਹਾਡੇ ਤੋਂ ਪੁੱਛਿਆ ਜਾਏ ਕਿਹੜੇ ਉਹ ਕਾਰਨ ਹੋ ਸਕਦੇ ਸੀ ਜਿਨ੍ਹਾਂ ਕਾਰਨ ਸਿੰਧੂ ਘਾਟੀ ਦੀ ਸੱਭਿਅਤਾ ਖਤਮ ਹੋ ਗਈ ਸੀ, ਤਾਂ ਕਈ ਲੋਕ ਕਹਿੰਦੇ ਆਰੀਆ ਲੋਕਾਂ ਨੇ ਇਹਨਾਂ ਤੇ ਹਮਲਾ ਕਰਤਾ ਸੀ। ਇਹ ਬਹੁਤ ਸਾਊ ਲੋਕ ਸੀਗੇ, ਲੜਦੇ ਨਹੀਂ ਸੀ, ਇਹਨਾਂ ਨੂੰ ਯੁੱਧ ਕਰਨੇ ਨਹੀਂ ਸੀ ਆਉਂਦੇ। ਬਹੁਤ ਬੜਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਕਿਉਂਕਿ ਇਹ ਸਿੰਧੂ ਨਦੀ ਦੇ ਤੱਟ ਤੇ ਕਿਨਾਰੇ ਤੇ ਸੀਗਾ ਇਹ ਸ਼ਹਿਰ, ਨਦੀ ਕਰਕੇ ਹੀ ਚੱਲਦਾ ਸੀਗਾ। ਨਦੀ ਸੁੱਕ ਗਈ, ਇਸ ਕਰਕੇ ਇਹ ਲੋਕ ਵੀ ਮਰ ਗਏ। ਹੁਣ ਕਈ ਲੋਕ ਕਹਿੰਦੇ ਇਹਨਾਂ ਤੇ ਹੜ੍ਹ ਆ ਗਿਆ ਸੀਗਾ। ਇਹੀ ਚੀਜ਼ਾਂ ਨੇ ਜਿਹੜੀਆਂ ਕਿ ਕਾਰਨ ਮੰਨੀਆਂ ਜਾਂਦੀਆਂ ਨੇ ਸਿੰਧੂ ਘਾਟੀ ਸੱਭਿਅਤਾ ਦੇ ਖਤਮ ਹੋਣ ਦਾ। ਕਹਿੰਦੇ ਪਿੰਡਾਂ ਵੱਲ ਬਦਲਾਅ, ਪੰਜਾਬ ਸਥਾਨ ਧੀਰੇ ਧੀਰੇ ਖਾਲੀ ਹੋ ਗਿਆ। ਤੇ ਕਹਿੰਦੇ ਕਈ ਲੋਕ ਇਹ ਵੀ ਕਹਿੰਦੇ ਵੀ ਸ਼ਾਇਦ ਇਹ ਲੋਕ ਦੁਬਾਰਾ ਪਿੰਡਾਂ ਵੱਲ ਚਲੇ ਗਏ ਸੀ ਤੇ ਪੰਜਾਬ ਵੱਲ ਇਹਨਾਂ ਦਾ ਰੁਝਾਨ ਘਟ ਗਿਆ ਸੀ। ਤਾਂ ਆਪਾਂ ਇਹਦੇ MCQ ਵੀ ਨਾਲ ਹੀ ਕਰਾਂਗੇ। ਕਹਿੰਦੇ ਪੰਜਾਬ ਵਿੱਚ ਕਿਹੜਾ ਸਥਾਨ ਇੰਡਸ ਵੈਲੀ ਸਿਵਲਾਈਜੇਸ਼ਨ ਯਾਨੀ ਕਿ ਸਿੰਧੂ ਘਾਟੀ ਸੱਭਿਅਤਾ ਨਾਲ ਜੁੜਿਆ ਹੋਇਆ ਹੈ, ਤਾਂ ਉਹ ਕਿਹੜਾ ਹੈ ਜੀ, ਰੋਪੜ। IVC ਦਾ ਮਤਲਬ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਹੀ ਹੈ, ਜਿਹਨੂੰ ਅਸੀਂ ਸਿੰਧੂ ਘਾਟੀ ਦੀ ਸੱਭਿਅਤਾ ਕਹਿੰਦੇ ਆ। ਕਹਿੰਦੇ IVC ਟਾਈਮਲਾਈਨ ਵਿੱਚ 2600 ਤੋਂ 1900 ਈਸਾ ਪੂਰਵ ਦੇ ਸਮੇਂ ਨੂੰ ਕਿਸ ਪੜਾਅ ਵਿੱਚ ਦਰਸਾਇਆ ਜਾਂਦਾ ਹੈ। ਇਹ ਮੈਂ ਆਪਾਂ ਸਟਾਰਟਿੰਗ 'ਚ ਪੜ੍ਹਿਆ ਸੀ, ਇਹਨੂੰ ਆਪਾਂ ਮੈਚਿਓਰ ਫੇਸ ਕਹਿੰਦੇ ਆ। ਪਸ਼ੂਪਤੀ ਮੋਹਰ ਅੱਜ ਕਿੱਥੇ ਰੱਖੀ ਹੈ? ਪਸ਼ੂਪਤੀ ਮੋਹਰ ਅੱਜ ਨੈਸ਼ਨਲ ਮਿਊਜ਼ੀਅਮ ਦਿੱਲੀ ਵਿੱਚ ਰੱਖੀ ਗਈ ਹੈ। ਕਹਿੰਦੇ ਹੜੱਪਾ ਅੱਜ ਪਾਕਿਸਤਾਨ ਦੇ ਕਿਸ ਜ਼ਿਲ੍ਹੇ ਵਿੱਚ ਮੌਜੂਦ ਹੈ? ਹੜੱਪਾ ਅੱਜ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਵਿੱਚ ਮੌਜੂਦ ਹੈ। ਡਾਂਸਿੰਗ ਗਰਲ ਮੂਰਤ ਕਿਸ ਧਾਤ ਤੋਂ ਬਣੀ ਹੋਈ ਹੈ? ਇਹ ਜੀ ਕਾਂਸੇ ਤੋਂ ਬਣੀ ਹੋਈ ਹੈ। ਕਹਿੰਦੇ ਰੋਪੜ ਕਿਹੜੀ ਨਦੀ ਦੇ ਕੰਢੇ ਸਥਿਤ ਹੈ? ਰੋਪੜ ਸਤਲੁਜ ਨਦੀ ਦੇ ਕੰਢੇ ਤੇ ਸਥਿਤ ਹੈ। ਇਹ ਨਾਲ ਹੀ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਜੇ ਤੁਹਾਨੂੰ ਕਲਾਸ ਚੰਗੀ ਲੱਗੀ ਹੋਏ ਤਾਂ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਤੇ ਇਸ ਦੇ ਨਾਲ ਹੀ ਅਸੀਂ ਹੋਰ ਵੀਡੀਓਜ਼ GK GS ਤੇ ਪੰਜਾਬੀ ਗ੍ਰਾਮਰ ਤੇ ਕੰਪਿਊਟਰ ਇੰਗਲਿਸ਼ ਹੋਰ ਵੀ ਸਬਜੈਕਟਾਂ 'ਚ ਲੈ ਕੇ ਆਵਾਂਗੇ। ਤਾਂ ਆਪਣੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਲਈ ਜੁੜੇ ਰਹੋ ਸਾਡੇ ਚੈਨਲ ਨਾਲ।